ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਕਹਾਣੀ ਕਰਦੇ ਹਾਂ ਸ਼ੁਰੂ। ਇੱਕ ਪਿੰਡ ਦਾ ਮੁਖੀਆ ਹਰ ਸਾਲ ਇੱਕ ਨਵੀਂ ਕੁੜੀ ਦੇ ਨਾਲ ਵਿਆਹ ਕਰਵਾਉਂਦਾ ਸੀ। ਫਿਰ ਉਸ ਨੂੰ ਅਗਲੇ ਦਿਨ ਹੀ ਤਲਾਕ ਦੇ ਦਿੰਦਾ ਤੇ ਨਾਲ ਉਸ ਨੂੰ ਬਹੁਤ ਸਾਰੇ ਪੈਸੇ ਦੇ ਕੇ ਉਸ ਨੂੰ ਉਸਦੇ ਘਰ ਵਾਪਸ ਭੇਜ ਦਿੰਦਾ ਸੀ। ਲੜਕੀਆਂ ਖੁਸ਼ੀ-ਖੁਸ਼ੀ ਉਸ ਦੇ ਨਾਲ ਵਿਆਹ ਕਰਦੀਆਂ ਸਨ ਤੇ ਜਦੋਂ ਉਹ ਉਸ ਤੋਂ ਅਗਲੇ ਦਿਨ ਤਲਾਕ ਲੈ ਕੇ ਉਹ ਖੁਸ਼ੀ-ਖੁਸ਼ੀ ਆਪਣੇ ਘਰ ਚਲੀਆਂ ਜਾਂਦੀਆਂ ਸੀ। ਮੈਂ ਕਿ ਉਹ ਇਸ ਤਰ੍ਹਾਂ ਕਿਉਂ ਕਰਦਾ ਸੀ। ਇੱਕ ਦਿਨ ਉਸ ਮੁਖੀਆ ਦੀ ਨਜ਼ਰ ਮੇਰੇ ਤੇ ਪੈ ਗਈ ਅਤੇ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ। ਮੇਰੇ ਘਰ ਵਾਲਿਆਂ ਨੂੰ ਵੀ ਪੈਸਿਆਂ ਦੀ ਬਹੁਤ ਤੰਗੀ ਸੀ। ਮੇਰਾ ਉਸ ਦੇ ਨਾਲ ਵਿਆਹ ਕਰ ਦਿੱਤਾ। ਜਦੋਂ ਉਹ ਪਹਿਲੀ ਰਾਤ ਹੀ ਮੈਨੂੰ ਹਸਪੀਟਲ ਲੈ ਗਿਆ ਤਾਂ ਮੈਨੂੰ ਉਸਨੇ ਕਿਹਾ ਕਿ ਮੈਂ ਹੁਣ ਤੱਕ ਜਿੰਨੀਆਂ ਵੀ ਕੁੜੀਆਂ ਨਾਲ ਵਿਆਹ ਕਰਵਾਇਆ ਹੈ ਤੇ ਮੇਰੀ ਕਿਸਮਤ ਤੇਰੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਬਦਲ ਜਾਵੇਗੀ। ਇਸ ਤੋਂ ਪਹਿਲਾਂ ਮੈਨੂੰ ਉਸ ਦੀ ਗੱਲ ਸਮਝ ਆਉਂਦੀ ਪਰ ਮੇਰੀਆਂ ਤਾਂ ਚੀਕਾਂ ਹੀ ਨਿਕਲ ਗਈਆਂ ਜਦੋਂ ਉਸਨੇ ਮੇਰੇ ਨਾਲ ਅੱਜ ਫਿਰ ਉਸ ਪਿੰਡ ਦੇ ਮੁਖੀਆ ਦਾ ਵਿਆਹ ਸੀ। ਮੇਰੀ ਸਹੇਲੀ ਰੇਨੂ ਖਾਸ ਤੌਰ ਤੇ ਮੈਨੂੰ ਇਹ ਦੱਸਣ ਆਈ ਤੇ ਕਹਿਣ ਲੱਗੀ ਕਿ ਤੈਨੂੰ ਪਤਾ ਫਿਰ ਮੁਖੀਆ ਦਾ ਵਿਆਹ ਕਰ ਰਿਹਾ ਹੈ। ਮੈਂ ਤਾਂ ਉਸਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਕਿਉਂਕਿ ਉਸਨੇ ਪਿਛਲੇ ਸਾਲ ਹੀ ਦੂਜਾ ਵਿਆਹ ਕਰਵਾਇਆ ਸੀ ਤੇ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ। ਮੈਂ ਜਦੋਂ ਉਸਦੀ ਗੱਲ ਸੁਣੀ ਤਾਂ ਮੈਂ ਉਸਨੂੰ ਕਿਹਾ ਕਿ ਉਹ ਕੁੜੀ ਉਸਦੇ ਨਾਲ ਦੂਜਾ ਵਿਆਹ ਕਰਵਾਉਣ ਲਈ ਮੰਨ ਗਈ। ਮੇਰੀ ਸਹੇਲੀ ਕਹਿਣ ਲੱਗੀ, ਪਾਗਲਾਂ ਦੀ ਤਰ੍ਹਾਂ ਹੱਸਣ ਲੱਗੀ ਤੇ ਬੋਲੀ ਕਿ ਹਜੇ ਸ਼ਾਇਦ ਤੈਨੂੰ ਸੱਚਾਈ ਦਾ ਨਹੀਂ ਪਤਾ। ਉਹ ਤਾਂ ਹਰ ਸਾਲ ਹੀ ਇੱਕ ਖਾਸ ਮਹੀਨੇ ਵਿੱਚ ਨਵੀਂ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਅਤੇ ਅਗਲੇ ਹੀ ਦਿਨ ਉਸਨੂੰ ਤਲਾਕ ਦੇ ਦਿੰਦਾ ਹੈ। ਤੇ ਸੁਣਿਆ ਇਹ ਵੀ ਹੈ ਕਿ ਉਹ ਜਿਸ ਕੁੜੀ ਨਾਲ ਵੀ ਵਿਆਹ ਕਰਵਾਉਂਦਾ ਹੈ ਉਸਨੂੰ ਅਗਲੇ ਦਿਨ ਬਹੁਤ ਸਾਰਾ ਧਨ ਦੌਲਤ ਤੇ ਗਹਿਣੇ ਦੇ ਕੇ ਵਾਪਸ ਉਸਦੇ ਘਰ ਭੇਜ ਦਿੰਦਾ ਹੈ। ਉਹ ਇੰਨੇ ਪੈਸੇ ਦੇ ਗਹਿਣੇ ਦਿੰਦਾ ਹੈ ਕਿ ਕੋਈ ਪਾਗਲ ਕੁੜੀ ਹੀ ਹੋਵੇਗੀ ਜੋ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਵੇਗੀ। ਤੇ ਮੈਨੂੰ ਉਹ ਕਹਿਣ ਲੱਗੀ ਕਿ ਤੂੰ ਕੋਸ਼ਿਸ਼ ਕਰੀਂ ਕਿ ਕਿਤੇ ਮੁਖੀਆ ਦੀ ਨਜ਼ਰ ਤੇਰੇ ਤੇ ਨਾ ਪੈ ਜਾਵੇ, ਤੂੰ ਉਸ ਤੋਂ ਬਚ ਕੇ ਹੀ ਰਹੀ। ਤੇ ਉਹ ਮਜ਼ਾਕ ਵਿੱਚ ਕਹਿਣ ਲੱਗੀ ਕਿਤੇ ਅਗਲੀ ਪਤਨੀ ਤੋਂ ਤੂੰ ਹੀ ਨਾ ਬਣ ਜਾਵੀਂ, ਕਿਉਂਕਿ ਮੈਂ ਉਸ ਬਾਰੇ ਇਹ ਵੀ ਸੁਣਿਆ ਕਿ ਉਸ ਨੂੰ ਸੋਹਣੀਆਂ ਕੁੜੀਆਂ ਬਹੁਤ ਜ਼ਿਆਦਾ ਪਸੰਦ ਨੇ। ਜਦੋਂ ਉਸਨੇ ਇਹ ਗੱਲ ਕਹੀ ਤਾਂ ਮੈਂ ਡਰ ਗਈ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਘਰ ਤੋਂ ਬਹੁਤ ਘੱਟ ਬਾਹਰ ਜਾਂਦੀ ਹਾਂ। ਜੇ ਇਹ ਹੈ ਤਾਂ ਮੈਂ ਬਹੁਤ ਹੁਣ ਵੀ ਬਾਹਰ ਘੱਟ ਹੀ ਜਾਵਾਂਗੀ। ਅਸਲ ਵਿੱਚ ਅਸੀਂ ਉਸ ਪਿੰਡ ਵਿੱਚ ਨਵੇਂ ਆਏ ਸੀ। ਮੈਂ ਆਪਣੇ ਮੰਮੀ ਪਾਪਾ ਦੇ ਨਾਲ ਰਹਿੰਦੀ ਸੀ ਅਤੇ ਸਾਨੂੰ ਇਸ ਪਿੰਡ ਵਿੱਚ ਰਹਿੰਦਿਆਂ ਨੂੰ 6 ਮਹੀਨੇ ਹੋ ਗਏ ਸਨ। ਇਸ ਕਰਕੇ ਸਾਨੂੰ ਉਸ ਪਿੰਡ ਦੇ ਰਸਮੋ ਰਿਵਾਜਾਂ ਦਾ ਅਜੇ ਤੱਕ ਨਹੀਂ ਸੀ ਪਤਾ। ਉਸ ਪਿੰਡ ਦੇ ਮੁਖੀਆ ਬਾਰੇ ਤਾਂ ਸਾਨੂੰ ਬਿਲਕੁਲ ਵੀ ਨਹੀਂ ਸੀ ਪਤਾ। ਜਦੋਂ ਅਸੀਂ ਇੱਥੇ ਨਵੇਂ ਆਏ ਸੀ ਤਾਂ ਉਸ ਮੁਖੀਆ ਦਾ ਵਿਆਹ ਹੁੰਦਾ ਮੈਂ ਸੁਣਿਆ ਸੀ। ਇਸ ਕਰਕੇ ਜਦੋਂ ਮੇਰੀ ਸਹੇਲੀ ਨੇ ਉਸ ਮੁਖੀਆ ਦੀ ਸੱਚਾਈ ਦੱਸੀ ਤਾਂ ਮੈਂ ਸੁਣ ਕੇ ਹੈਰਾਨ ਰਹਿ ਗਈ ਕਿ ਪਿੰਡ ਦਾ ਮੁਖੀਆ ਇੰਨਾ ਘਟੀਆ ਤੇ ਜ਼ਾਲਮ ਬੰਦਾ ਹੈ ਜਿਹੜਾ ਵਿਆਹ ਕਰਵਾਉਣ ਤੋਂ ਬਾਅਦ ਕੁੜੀਆਂ ਨੂੰ ਇੱਕ ਰਾਤ ਹੀ ਆਪਣੇ ਕੋਲ ਰੱਖਦਾ ਹੈ ਤੇ ਅਗਲੇ ਦਿਨ ਉਸ ਨੂੰ ਤਲਾਕ ਦੇ ਦਿੰਦਾ ਹੈ। ਮੇਰੀ ਸਹੇਲੀ ਇੰਨਾ ਕਹਿ ਕੇ ਚਲੀ ਗਈ ਅਤੇ ਫਿਰ ਉਹ ਸ਼ਾਮ ਨੂੰ ਵਾਪਸ ਆਈ ਤੇ ਮੈਨੂੰ ਕਹਿਣ ਲੱਗੀ ਕਿ ਚੱਲ ਆਪਾਂ ਪਿੰਡ ਦੇ ਮੁਖੀਆ ਦਾ ਵਿਆਹ ਦੇਖਣ ਚੱਲੀਏ। ਪੂਰਾ ਪਿੰਡ ਉਸਦੇ ਵਿਆਹ ਵਿੱਚ ਆਇਆ ਹੋਇਆ ਹੈ। ਮੈਂ ਆਪਣੀ ਮਾਂ ਤੋਂ ਪੁੱਛ ਕੇ ਉਸਦੇ ਨਾਲ ਤੁਰ ਪਈ ਪਰ ਮੈਂ ਆਪਣੀ ਸਹੇਲੀ ਦੇ ਮੂੰਹੋਂ ਉਸਦੇ ਕਿੱਸੇ ਸੁਣ ਕੇ ਡਰ ਗਈ। ਇਸ ਲਈ ਮੈਂ ਆਪਣੇ ਮੂੰਹ ਨੂੰ ਇੱਕ ਦੁਪੱਟੇ ਨਾਲ ਚੰਗੀ ਤਰ੍ਹਾਂ ਢੱਕ ਲਿਆ। ਮੇਰੀ ਮਾਂ ਨੇ ਮੈਨੂੰ ਉਸਦੇ ਨਾਲ ਜਾਣ ਲਈ ਹਾਂ ਕਰ ਦਿੱਤੀ। ਇਸ ਕਰਕੇ ਹੀ ਉਸਨੇ ਮੈਨੂੰ ਮੇਰੀ ਸਹੇਲੀ ਦੇ ਨਾਲ ਜਾਣ ਤੋਂ ਨਾ ਰੋਕਿਆ। ਜਦੋਂ ਅਸੀਂ ਮੁਖੀਆ ਦੇ ਘਰ ਗਏ ਤਾਂ ਮੈਂ ਮੁਖੀਆ ਦੇ ਵਿਆਹ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਸਦੇ ਘਰ ਦੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਹੋ ਰਹੀਆਂ ਸਨ। ਮੇਰੀ ਸਹੇਲੀ ਮੈਨੂੰ ਕਹਿਣ ਲੱਗੀ ਕਿ ਦੇਖ ਲਈ, ਕੱਲ ਸੁਬਾਹ ਨੂੰ ਇਹ ਲੜਕੀ ਬਹੁਤ ਸਾਰੇ ਪੈਸੇ ਲੈ ਕੇ ਬਹੁਤ ਹੀ ਸਾਰੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਇਸ ਹਵੇਲੀ ਤੋਂ ਨਿਕਲ ਜਾਵੇਗੀ। ਮੈਂ ਉਸਦੀ ਗੱਲ ਸੁਣ ਕੇ ਕਿਹਾ ਕਿ ਫੇਰ ਤਾਂ ਇਹਨਾਂ ਕੁੜੀਆਂ ਨਾਲ ਜ਼ੁਲਮ ਹੀ ਹੁੰਦਾ ਹੈ। ਤਾਂ ਮੈਨੂੰ ਰੇਨੂ ਨੇ ਜਦੋਂ ਇਹ ਦੱਸਿਆ ਕਿ ਇਹ ਕੁੜੀਆਂ ਆਪਣੀ ਮਰਜ਼ੀ ਨਾਲ ਹੀ ਮੁਖੀਆ ਨਾਲ ਵਿਆਹ ਕਰਵਾਉਂਦੀਆਂ ਹਨ, ਇਹਨਾਂ ਉੱਪਰ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਦਾ, ਆਪਣੀ ਮਰਜ਼ੀ ਨਾਲ ਹੀ ਉਸਦੇ ਨਾਲ ਵਿਆਹ ਕਰਵਾਉਂਦੀਆਂ ਹਨ ਤੇ ਫਿਰ ਤਲਾਕ ਲੈ ਲੈਂਦੀਆਂ ਹਨ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਮੈਂ ਤਾਂ ਉਸਦੀਆਂ ਗੱਲਾਂ ਸੁਣ ਕੇ ਬਹੁਤ ਹੀ ਹੈਰਾਨ ਸੀ ਕਿ ਪਿੰਡ ਦਾ ਮੁਖੀਆ ਹੈ ਤਾਂ ਇਸ ਤਰ੍ਹਾਂ ਕਿਉਂ ਕਰਦਾ ਹੈ, ਆਖਰ ਕੀ ਰਾਜ ਸੀ ਅਤੇ ਉਹ ਹਰ ਸਾਲ ਇੱਕ ਖਾਸ ਮਹੀਨੇ ਵਿੱਚ ਨਵਾਂ ਵਿਆਹ ਕਿਉਂ ਕਰਵਾਉਂਦਾ ਸੀ ਤੇ ਫਿਰ ਉਸ ਕੁੜੀ ਨੂੰ ਤਲਾਕ ਦੇ ਦਿੰਦਾ ਸੀ। ਅਸੀਂ ਪਿੰਡ ਦੇ ਮੁਖੀਆ ਦਾ ਵਿਆਹ ਸਾਰਾ ਦੇਖਿਆ ਤੇ ਫਿਰ ਆਪਣੇ ਘਰ ਚਲੀਆਂ ਗਈਆਂ। ਮੈਂ ਸਾਰੀ ਰਾਤ ਇਹੀ ਸੋਚਦੀ ਰਹੀ ਕਿ ਕੀ ਕਾਰਨ ਹੈ ਕਿ ਮੁਖੀਆ ਇੱਕ ਰਾਤ ਦੇ ਲਈ ਹੀ ਵਿਆਹ
ਇਹ ਤੇ ਇੰਨਾ ਖਰਚਾ ਕਰਦਾ ਸੀ, ਕੁੜੀ ਨੂੰ ਧਨ ਦੌਲਤ ਦੇ ਕੇ ਤਲਾਕ ਦੇ ਦਿੰਦਾ ਸੀ। ਆਖਰ ਉਸ ਕੋਲ ਇੰਨੀ ਧਨ ਦੌਲਤ ਕਿੱਥੋਂ ਆਉਂਦੀ ਸੀ? ਮੈਂ ਤਾਂ ਇਹੀ ਸੋਚਦੀ ਰਹੀ ਕਿ ਉਹ ਵਿਆਹ ਦੇ ਦਿਨ ਲਈ ਇੱਕ ਦਿਨ ਲਈ ਹੀ ਇੰਨਾ ਖਰਚਾ ਕਰਦਾ ਸੀ, ਤੇ ਪ੍ਰਮਾਤਮਾ ਦੀ ਵੀ ਇਹ ਕਿਹੜੀ ਰਜਾ ਸੀ ਕਿ ਉਹ ਇੱਕ ਦਿਨ ਦੇ ਵਿਆਹ ਲਈ ਇੰਨਾ ਖਰਚਾ ਕਰਦਾ ਸੀ ਤੇ ਦੂਜੇ ਪਾਸੇ ਉਧਰ ਗਰੀਬ ਲੋਕ ਆਪਣੀ ਰੋਟੀ ਲਈ ਵੀ ਤਰਸਦੇ ਸਨ। ਮੇਰਾ ਨਾਮ ਕਿਰਨ ਹੈ, ਅਸੀਂ ਬਹੁਤ ਗਰੀਬ ਸੀ ਤੇ ਮੇਰੇ ਪਾਪਾ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਨੌਕਰੀ ਕਰਦੇ ਸੀ। ਕਦੇ ਕਦੇ ਜਦੋਂ ਕਿਤੇ ਪਿੰਡ ਜਾਂ ਸ਼ਹਿਰ ਵਿੱਚ ਮੇਲਾ ਲੱਗਦਾ ਸੀ ਤਾਂ ਛੋਟੀ ਦੁਕਾਨ ਲਗਾ, ਇਸ ਦੇ ਨਾਲ ਸਾਡੇ ਘਰ ਦਾ ਹੀ ਗੁਜ਼ਾਰਾ ਚੱਲਦਾ ਸੀ। ਫਿਰ ਇੱਕ ਦਿਨ ਮੇਰੇ ਪਾਪਾ ਬਿਮਾਰ ਹੋ ਗਏ ਤੇ ਉਹਨਾਂ ਦੀ ਬਿਮਾਰੀ ਤੇ ਖਰਚਾ ਬਹੁਤ ਜ਼ਿਆਦਾ ਆਇਆ। ਅਸੀਂ ਕਈ ਥਾਵਾਂ ਤੋਂ ਕਰਜ਼ਾ ਲੈ ਕੇ ਉਹਨਾਂ ਦਾ ਇਲਾਜ ਕਰਵਾਇਆ। ਫਿਰ ਪਾਪਾ ਸਾਨੂੰ ਸਾਡੇ ਪਿੰਡ ਦੇ ਪੁਰਾਣੇ ਘਰ ਵਿੱਚ ਲੈ ਆਏ, ਜਿੱਥੇ ਮੇਰੇ ਪਾਪਾ ਦੇ ਦੂਜੇ ਭਰਾ ਵੀ ਰਹਿੰਦੇ ਸਨ। ਸਾਡੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ। ਅਸੀਂ ਪੈਸੇ ਲਈ ਮੁਹਤਾਜ ਸੀ। ਸਾਨੂੰ ਇੱਕ ਇੱਕ ਚੀਜ਼ ਲਈ ਵੀ ਤਰਸ ਕੇ ਹੀ ਮਿਲਦੀ ਸੀ। ਸਾਨੂੰ ਤਾਂ 2 ਟਾਈਮ ਦੀ ਰੋਟੀ ਦਾ ਹੀ ਫਿਕਰ ਰਹਿੰਦਾ ਸੀ। ਮੈਂ ਵੱਡੀ ਸੀ ਤੇ ਆਪਣੀ ਮਾਂ ਦੇ ਨਾਲ ਹਰ ਕੰਮ ਵਿੱਚ ਮਦਦ ਕਰਦੀ ਸੀ, ਤੇ ਮੈਂ ਤਾਂ ਉਸ ਤਰ੍ਹਾਂ ਹੀ ਆਪਣੀ ਮੰਮੀ ਪਾਪਾ ਦੇ ਨਾਲ ਕੰਮ ਕਰਦੀ ਸੀ ਤੇ ਮਸਾਂ ਹੀ ਗੁਜ਼ਾਰਾ ਚੱਲਦਾ। ਪਰ ਮੇਰੀਆਂ ਦੋਵੇਂ ਛੋਟੀਆਂ ਭੈਣਾਂ ਚੋਰੀ ਚੋਰੀ ਰੋਂਦੀਆਂ ਰਹਿੰਦੀਆਂ ਤੇ ਇੱਕ ਦਿਨ ਮੇਰੀ ਛੋਟੀ ਭੈਣ ਦੂਸਰੀ ਭੈਣ ਨੂੰ ਕਹਿ ਰਹੀ ਸੀ ਕਿ ਕਾਸ਼ ਆਪਣਾ ਜਨਮ ਹੀ ਨਾ ਹੁੰਦਾ, ਜਾਂ ਆਪਾਂ ਜਨਮ ਹੁੰਦਿਆਂ ਸਾਰੀ ਆਪਣੀ ਮੌਤ ਹੋ ਜਾਂਦੀ। ਆਪਣੇ ਕਰਕੇ ਆਪਣੇ ਮੰਮੀ ਪਾਪਾ ਕਿੰਨੇ ਪਰੇਸ਼ਾਨ ਰਹਿੰਦੇ ਹਨ ਤੇ ਰੋਟੀ ਲਈ ਵੀ ਆਪਾਂ ਤਰਸਦੇ ਹਾਂ। ਮੈਂ ਉਹਨਾਂ ਦੋਹਾਂ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਮੇਰਾ ਵੀ ਮਨ ਦੁਖੀ ਹੋਇਆ, ਕਿਉਂਕਿ ਆਂਢ ਗੁਆਂਢ ਦੇ ਬੱਚੇ ਪੂਰੀ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦੇ ਸਨ ਤੇ ਮੇਰੀਆਂ ਛੋਟੀਆਂ ਭੈਣਾਂ ਉਹਨਾਂ ਨੂੰ ਦੇਖ ਕੇ ਰੋਂਦੀਆਂ ਰਹਿੰਦੀਆਂ ਸੀ ਕਿ ਅਸੀਂ ਗਰੀਬ ਘਰ ਵਿੱਚ ਕਿਉਂ ਪੈਦਾ ਹੋਈਆਂ। ਉਹ ਆਪਣੇ ਸਾਰੇ ਸ਼ੌਂਕ ਪੂਰੇ ਕਰਦੇ ਆ ਤੇ ਸਾਡੇ ਤਾਂ ਕੋਈ ਵੀ ਸ਼ੌਂਕ ਨਹੀਂ ਪੂਰਾ ਹੁੰਦਾ। ਮੈਂ ਵੱਡੀ ਸੀ, ਮੇਰਾ ਤਾਂ ਬਚਪਨ ਲੰਘ ਗਿਆ ਸੀ। ਜਦੋਂ ਮੈਂ ਆਪਣੀਆਂ ਛੋਟੀਆਂ ਦੋਹਾਂ ਭੈਣਾਂ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਹਨਾਂ ਨੂੰ ਰੋਂਦੇ ਦੇਖਿਆ ਤਾਂ ਮੇਰਾ ਵੀ ਮਨ ਬਹੁਤ ਦੁਖੀ ਹੋਇਆ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ, ਮੈਂ ਥੋੜਾ ਬਾਹਰ ਘੁੰਮ ਕੇ ਆਉਂ। ਮੈਂ ਹੋਰ ਕਰ ਵੀ ਕੁਝ ਨਹੀਂ ਸੀ ਸਕਦੀ, ਆਪਣਾ ਦਿਲ ਹੌਲਾ ਵੀ ਨਹੀਂ ਸੀ ਕਰ ਸਕਦੀ, ਇਸ ਲਈ ਮੈਂ ਬਾਹਰ ਹੀ ਜਾਣਾ ਜ਼ਰੂਰੀ ਸਮਝਿਆ ਤੇ ਮੈਂ ਘਰ ਤੋਂ ਬਾਹਰ ਚਲੀ ਗਈ। ਸਾਡੇ ਘਰ ਦੇ ਨਾਲ ਹੀ ਖੇਤ ਸਨ ਤੇ ਮੈਂ ਉਧਰ ਨੂੰ ਤੁਰ ਪਈ। ਮੈਂ ਖੇਤ ਦੇ ਇੱਕ ਕੱਚੇ ਰਾਹ ਤੇ ਤੁਰ ਰਹੀ ਸੀ ਤਾਂ ਉਧਰੋਂ ਸਾਡੇ ਪਿੰਡ ਦਾ ਮੁਖੀਆ ਆ ਗਿਆ। ਜਦੋਂ ਉਸਨੇ ਮੈਨੂੰ ਦੇਖਿਆ ਤਾਂ ਮੇਰਾ ਤਾਂ ਡਰ ਦੇ ਮਾਰੇ ਲੂੰ ਕੰਡੇ ਖੜੇ ਹੋ ਗਏ, ਕਿਉਂਕਿ ਮੈਨੂੰ ਆਪਣੀ ਸਹੇਲੀ ਦੀ ਗੱਲ ਯਾਦ ਆ ਗਈ। ਮੈਂ ਪਿੰਡ ਦੇ ਮੁਖੀਆ ਨੂੰ ਦੇਖ ਕੇ ਭੱਜ ਕੇ ਘਰ ਆ ਗਈ। ਮੇਰੀ ਮਾਂ ਨੇ ਵੀ ਪੁੱਛਿਆ ਕਿ ਤੂੰ ਇੰਨੀ ਘਬਰਾਈ ਹੋਈ ਕਿਉਂ ਹੈ? ਮੈਂ ਆਪਣੀ ਮਾਂ ਨੂੰ ਕੁਝ ਵੀ ਨਾ ਦੱਸਿਆ। ਇਵੇਂ ਹੀ ਰਾਤ ਹੋ ਗਈ। ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਅਗਲੇ ਦਿਨ ਜਦੋਂ ਮੇਰੀ ਸਹੇਲੀ ਰੇਨੂ ਆਈ ਤਾਂ ਉਸਨੇ ਜੋ ਮੈਨੂੰ ਕਿਹਾ ਉਹ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੇ ਕਿਹਾ ਕਿ ਪਿੰਡ ਦੇ ਮੁਖੀਆ ਦੀ ਨਜ਼ਰ ਤੇਰੇ ਤੇ ਪੈ ਗਈ ਹੈ, ਹੁਣ ਤੇਰਾ ਕੁਝ ਨਹੀਂ ਹੋ ਸਕਦਾ, ਤੈਨੂੰ ਹੁਣ ਮੁਖੀਆ ਤੋਂ ਕੋਈ ਨਹੀਂ ਬਚਾ ਸਕਦਾ। ਮੈਂ ਡਰ ਗਈ ਤੇ ਇਸ ਡਰ ਦੇ ਕਾਰਨ ਹੀ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਸ਼ਾਮ ਤੱਕ ਮੈਨੂੰ ਇੰਨਾ ਬੁਖਾਰ ਹੋਇਆ ਕਿ ਮੇਰਾ ਸਰੀਰ ਬੁਰੀ ਤਰ੍ਹਾਂ ਤਪਣ ਲੱਗਿਆ। ਮੇਰੀ ਮਾਂ ਨੇ ਮੈਨੂੰ ਰੋਟੀ ਬਣਾਉਣ ਲਈ ਕਿਹਾ, ਪਰ ਮੇਰੇ ਸਰੀਰ ਵਿੱਚ ਤਾਂ ਬਿਲਕੁਲ ਵੀ ਜਾਨ ਨਹੀਂ ਸੀ, ਕਿਉਂਕਿ ਮੇਰਾ ਸਰੀਰ ਬੁਖਾਰ ਨਾਲ ਪੂਰੀ ਤਰ੍ਹਾਂ ਤਪ ਰਿਹਾ ਸੀ। ਮੈਂ ਆਪਣੀ ਮਾਂ ਦੇ ਕਮਰੇ ਵਿੱਚ ਜਾ ਕੇ ਮਾਂ ਨੂੰ ਕਿਹਾ ਕਿ ਮਾਂ, ਮੈਨੂੰ ਤਾਂ ਬਹੁਤ ਜ਼ਿਆਦਾ ਬੁਖਾਰ ਹੈ। ਜਦੋਂ ਮੇਰੀ ਮਾਂ ਨੇ ਹੱਥ ਲਾ ਕੇ ਮੈਨੂੰ ਚੈੱਕ ਕਰਿਆ ਤਾਂ ਮੇਰੀ ਮਾਂ ਘਬਰਾ ਗਈ ਤੇ ਮੈਨੂੰ ਪਿੰਡ ਦੇ ਡਾਕਟਰ ਕੋਲ ਲੈ ਗਈ। ਡਾਕਟਰ ਨੇ ਮੇਰਾ ਬੁਖਾਰ ਚੈੱਕ ਕਰਿਆ ਤੇ ਉਸਨੇ ਕਿਹਾ ਕਿ ਬੱਚੀ ਸ਼ਾਇਦ ਕਿਸੇ ਗੱਲ ਤੋਂ ਡਰੀ ਜਾਂ ਇਸ ਨੂੰ ਕੋਈ ਪਰੇਸ਼ਾਨੀ ਹੈ। ਪਰੇਸ਼ਾਨੀ ਤਾਂ ਨਹੀਂ, ਇਸ ਤਰ੍ਹਾਂ ਇੰਨਾ ਬੁਖਾਰ ਕਿਸੇ ਨੂੰ ਵੀ ਨਹੀਂ ਹੁੰਦਾ। ਇੰਨਾ ਤੇਜ਼ ਬੁਖਾਰ ਕਈ ਵਾਰ ਦਿਮਾਗ ਦੀ ਨਾੜੀ ਫਟਣ ਦਾ ਵੀ ਡਰ ਹੁੰਦਾ ਹੈ। ਡਾਕਟਰ ਇਹਨਾਂ ਕਹਿ ਕੇ ਦਵਾਈ ਜਦੋਂ ਡਾਕਟਰ ਚਲਾ ਗਿਆ ਤਾਂ ਮੇਰੀ ਮਾਂ ਮੈਨੂੰ ਘੂਰਦੀ ਹੋਈ ਪੁੱਛਣ ਲੱਗੀ ਕਿ ਕਿਸ ਗੱਲ ਦਾ ਤੈਨੂੰ ਫਿਕਰ ਹੈ? ਤੂੰ ਕਿਉਂ ਆਪਣੀ ਇਸ ਤਰ੍ਹਾਂ ਹਾਲਤ ਬਣਾ ਲਈ? ਕੱਲ ਤਾਂ ਤੂੰ ਬਿਲਕੁਲ ਠੀਕ ਸੀ, ਆਖਰ ਤੈਨੂੰ ਕਿਸ ਗੱਲ ਦਾ ਡਰ ਹੈ? ਤੂੰ ਮੈਨੂੰ ਦੱਸ ਤਾਂ ਸਹੀ। ਮੈਂ ਆਪਣੀ ਮਾਂ ਨੂੰ ਡਰਦੇ ਡਰਦੇ ਹੋਏ ਪਿੰਡ ਦੇ ਮੁਖੀਆ ਵਾਲੀ ਗੱਲ ਦੱਸ ਦਿੱਤੀ ਕਿ ਕੱਲ ਜਦੋਂ ਮੈਂ ਖੇਤਾਂ ਵੱਲ ਗਈ ਸੀ ਤਾਂ ਮੈਨੂੰ ਪਿੰਡ ਦੇ ਮੁਖੀਆ ਨੇ ਦੇਖ ਲਿਆ ਤੇ ਮੈਨੂੰ ਤਾਂ ਇਸੇ ਗੱਲ ਦਾ ਡਰ ਹੈ ਕਿ ਜਦੋਂ ਵੀ ਪਿੰਡ ਦਾ ਮੁਖੀਆ ਕਿਸੇ ਸੋਹਣੀ ਕੁੜੀ ਨੂੰ ਦੇਖਦਾ ਹੈ ਤਾਂ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਹਰ ਸਾਲ ਨਵੀਂ ਕੁੜੀ ਦੇ ਨਾਲ ਹੀ ਉਹ ਵਿਆਹ ਕਰਵਾਉਂਦਾ ਹੈ ਤੇ ਅਗਲੇ ਦਿਨ ਉਸਨੂੰ ਤਲਾਕ ਦੇ ਦਿੰਦਾ ਹੈ। ਜਦੋਂ ਮੈਂ ਇਹ ਗੱਲ ਦੱਸੀ ਤਾਂ ਮੇਰੀ ਮਾਂ ਨੂੰ ਕੋਈ ਵੀ ਇਸ ਗੱਲ ਦੀ ਸਮਝ ਨਾ ਆਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੈਨੂੰ ਇੰਨੀ ਫਿਕਰ ਕਰਨ ਦੀ ਕੀ ਲੋੜ ਹੈ ਤੇ ਤੂੰ ਕਿਹੜਾ ਕੋਈ ਗਲਤੀ ਜਾਂ ਚੋਰੀ ਕਰੀ ਹੈ ਜੋ ਤੂੰ ਮੁਖੀਆ ਤੋਂ ਇੰਨਾ ਡਰ ਰਹੀ ਹੈ। ਮੈਂ ਆਪਣੀ ਮਾਂ ਨੂੰ ਕਿਵੇਂ ਸਮਝਾਉਂਦੀ ਕਿ ਮੇਰੇ ਦਿਲ ਵਿੱਚ ਕਿਸ ਗੱਲ ਦਾ ਡਰ ਹੈ।
ਇਹਨਾਂ ਅਜੇ ਗੱਲਾਂ ਅਸੀਂ ਕਰ ਹੀ ਰਹੀਆਂ ਸਨ ਕਿ ਸਾਡਾ ਮੇਨ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਣਾ ਸ਼ੁਰੂ ਹੋ ਗਿਆ। ਮੇਰਾ ਡਰ ਨਾਲ ਦਿਲ ਹੋਰ ਵੀ ਤੇਜ਼ ਧੜਕਣ ਲੱਗਿਆ। ਕਿਤੇ ਸਾਡੇ ਪਿੰਡ ਦਾ ਮੁਖੀਆ ਹੀ ਤਾਂ ਨਹੀਂ ਸਾਡੇ ਘਰ ਆ ਗਿਆ। ਜਦੋਂ ਮੇਰੀ ਮਾਂ ਨੇ ਗੇਟ ਖੋਲ੍ਹਿਆ ਤਾਂ ਮੇਰਾ ਡਰ ਮੇਰੇ ਅੱਗੇ ਹੀ ਆ ਗਿਆ। ਸਾਡੇ ਪਿੰਡ ਦਾ ਮੁਖੀਆ ਤੇ ਉਸਦੇ ਨਾਲ ਹੋਰ ਲੋਕ ਵੀ ਸਨ ਤੇ ਨਾਲ ਹੀ ਮੇਰੇ ਪਾਪਾ ਖੜੇ ਸੀ। ਸ਼ਾਇਦ ਉਹ ਮੇਰੇ ਪਾਪਾ ਨੂੰ ਵੀ ਨਾਲ ਲੈ ਕੇ ਹੀ ਆਏ ਸਨ। ਤਾਂ ਮੇਰੇ ਪਾਪਾ ਨੇ ਉਹਨਾਂ ਨੂੰ ਸਾਡੇ ਘਰ ਦੀ ਬੈਠਕ ਵਿੱਚ ਬਿਠਾ ਲਿਆ ਤੇ ਮੇਰੀ ਮਾਂ ਨੂੰ ਚਾਹ ਬਣਾਉਣ ਲਈ ਕਹਿ ਦਿੱਤਾ। ਸਾਡੇ ਪਿੰਡ ਦੇ ਮੁਖੀਆ ਨੇ ਚਾਹ ਬਣਾਉਣ ਤੋਂ ਰੋਕ ਦਿੱਤਾ। ਆਖਿਰ ਉਹ ਅਮੀਰ ਬੰਦੇ ਸਨ ਤੇ ਉਹ ਸਾਡੇ ਗਰੀਬਾਂ ਦੇ ਘਰੋਂ ਕਿਵੇਂ ਚਾਹ ਪਾਣੀ ਪੀ ਲੈਂਦੇ। ਫਿਰ ਮੇਰੇ ਮਾਂ ਨੂੰ ਵੀ ਬੈਠਕ ਵਿੱਚ ਬੁਲਾ ਲਿਆ ਤੇ ਮੇਰੀ ਮੰਮੀ ਪਾਪਾ ਤੋਂ ਮੇਰਾ ਹੱਥ ਮੰਗ ਲਿਆ। ਜਦੋਂ ਮੇਰੀ ਮਾਂ ਨੇ ਮੁਖੀਆ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੀ ਮਾਂ ਹੱਕੀ ਬੱਕੀ ਰਹਿ ਗਈ। ਤਾਂ ਮੇਰੀ ਮਾਂ ਨੇ ਗੁੱਸੇ ਕਹਿਣ ਲੱਗੀ ਕਿ ਮੁਖੀਆ ਜੀ, ਅਸੀਂ ਗਰੀਬ ਜ਼ਰੂਰ ਹਾਂ, ਸਾਡੀ ਇੰਨੀ ਕੁ ਇੱਜ਼ਤ ਤਾਂ ਹੈ, ਅਸੀਂ ਆਪਣੀ ਧੀ ਦਾ ਵਿਆਹ ਪੈਸਿਆਂ ਲਈ ਨਹੀਂ ਕਰ ਸਕਦੇ। ਜੇ ਆਪਣੀ ਧੀ ਨੂੰ ਵੇਚ ਦਈਏ, ਅਸੀਂ ਆਪਣਾ ਕਰਜ਼ਾ ਲਾ ਲਈਏ, ਪਰ ਅਸੀਂ ਆਪਣੀ ਬੇਟੀ ਦਾ ਸੌਦਾ ਨਹੀਂ ਕਰਦੇ। ਅਸੀਂ ਆਪਣੀ ਕੁੜੀ ਦੇ ਉੱਪਰ ਦਾਗ ਨਹੀਂ ਲਗਾ ਸਕਦੇ। ਪਿੰਡ ਦਾ ਮੁਖੀਆ ਸਾਨੂੰ ਕੁਝ ਦਿਨਾਂ ਦਾ ਟਾਈਮ ਦੇ ਕੇ ਚਲਾ ਗਿਆ। ਹੁਣ ਮੇਰੀ ਮਾਂ ਪਿਓ ਦੇ ਹੱਥ ਵਿੱਚ ਸੀ ਕਿ ਉਹਨਾਂ ਦਾ ਆਖਰੀ ਫੈਸਲਾ ਕੀ ਹੋਵੇਗਾ। ਉਹਨਾਂ ਦੇ ਸਾਹਮਣੇ ਦੋ ਰਾਹ ਸਨ, ਜਾਂ ਪੈਸਾ ਤੇ ਜਾਂ ਬੇਟੀ ਦੀ ਇੱਜ਼ਤ। ਜਦੋਂ ਮੈਂ ਆਪਣੀ ਭੈਣ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਤਾਂ ਸਿਰ ਤੇ ਜਿਵੇਂ ਅਸਮਾਨ ਹੀ ਫਟ ਗਿਆ। ਆਖਰ ਉਹੀ ਹੋਇਆ ਜਿਸ ਗੱਲ ਦਾ ਮੈਨੂੰ ਡਰ ਸੀ। ਮੇਰੀ ਮਾਂ ਨੇ ਤਾਂ ਸਾਫ਼-ਸਾਫ਼ ਜਵਾਬ ਦੇ ਦਿੱਤਾ ਸੀ, ਕਿਉਂਕਿ ਉਸਨੇ ਆਪਣੀ ਭੈਣ ਨੂੰ ਜਵਾਨ ਦੇ ਰੱਖੀ ਸੀ। ਮੇਰਾ ਇਸ ਸਾਲ ਦੇ ਅਖੀਰਲੇ ਮਹੀਨੇ ਵਿੱਚ ਵਿਆਹ ਪੱਕਾ ਹੋ ਗਿਆ ਸੀ। ਪਰ ਮੇਰੇ ਪਾਪਾ ਕਹਿਣ ਲੱਗੇ ਸਨ ਕਿ ਇੱਕ ਵਾਰ ਆਪਾਂ ਕਿਰਨ ਨੂੰ ਪੁੱਛ ਲਈਏ। ਜਦੋਂ ਮੈਂ ਪਾਪਾ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਨੂੰ ਪਾਪਾ ਤੇ ਬਹੁਤ ਗੁੱਸਾ ਆਇਆ ਕਿ ਪਾਪਾ ਨੂੰ ਪਤਾ ਸੀ ਕਿ ਮੇਰੀ ਮੰਗਣੀ ਹੋ ਚੁੱਕੀ ਹੈ, ਫਿਰ ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਨੇ। ਮੇਰੇ ਪਾਪਾ ਨੇ ਮੇਰੀ ਮਾਂ ਨੂੰ ਜ਼ਬਰਦਸਤੀ ਮਨਾ ਲਿਆ ਤੇ ਮੇਰੇ ਪਾਪਾ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਦੇਖ ਧੀਏ, ਸਾਡਾ ਕੋਈ ਪੁੱਤ ਨਹੀਂ ਜੋ ਸਾਡਾ ਸਹਾਰਾ ਬਣ ਸਕੇ ਤੇ ਮੇਰੀ ਮਦਦ ਕਰ ਸਕੇ। ਆਪਣੇ ਘਰ ਦੇ ਹਾਲਾਤ ਵੀ ਤੇਰੇ ਸਾਹਮਣੇ ਹੀ ਹਨ। ਆਪਣੇ ਸਿਰ ਤੇ ਕਰਜ਼ਾ ਹੈ ਤੇ 10 ਸਾਲਾਂ ਤੋਂ ਹੀ ਮੈਂ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਅਜੇ ਤੱਕ ਮੇਰੇ ਤੋਂ ਕਰਜ਼ਾ ਨਹੀਂ ਲਿਆ। ਫਿਰ ਤੇਰੀਆਂ 2 ਭੈਣਾਂ ਵੀ ਨੇ। ਜੇ ਤੂੰ ਮੁਖੀਆ ਦੇ ਨਾਲ ਵਿਆਹ ਵਾਲੀ ਗੱਲ ਲਈ ਰਾਜੀ ਹੈ ਤਾਂ ਸ਼ਾਇਦ ਆਪਣੇ ਦਿਨ ਚੰਗੇ ਆ ਜਾਣ। ਸਿਰਫ ਇੱਕ ਦਿਨ ਲਈ ਹੀ ਤੂੰ ਉਸਦੇ ਘਰ ਜਾਣਾ ਹੈ। ਅਗਲੇ ਦਿਨ ਤਾਂ ਤੈਨੂੰ ਉਸਨੇ ਤਲਾਕ ਦੇ ਹੀ ਦੇਣਾ ਹੈ। ਇੱਕ ਦਿਨ ਦੇ ਵਿੱਚ ਆਪਣੇ ਕੋਲ ਪੈਸਾ ਆ ਜਾਵੇਗਾ ਤੇ ਆਪਾਂ ਹਰ ਜ਼ਰੂਰਤ ਪੂਰੀ ਕਰ ਸਕਾਂਗੇ। ਰਹੀ ਗੱਲ ਤੇਰੇ ਮੰਗੇਤਰ ਦੀ, ਉਹ ਕਿਹੜਾ ਕੋਈ ਇੰਜੀਨੀਅਰ ਜਾਂ ਕੋਈ ਡਾਕਟਰ ਲੱਗਿਆ ਹੈ, ਜਾਂ ਕੋਈ ਉਹ ਵਧੀਆ ਨੌਕਰੀ ਕਰਦਾ ਹੈ ਜੋ ਤੇਰੀ ਜ਼ਿੰਦਗੀ ਆਰਾਮ ਨਾਲ ਗੁਜ਼ਰ ਜਾਵੇਗੀ। ਜੇ ਉਹ ਤੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਹੈ ਤਾਂ ਉਹ ਤੇਰੇ ਇਸ ਫੈਸਲੇ ਨੂੰ ਮੰਨਣ ਲਈ ਵੀ ਤਿਆਰ ਹੋ ਜਾਵੇਗਾ, ਕਿਉਂਕਿ ਉਹ ਵੀ ਤਾਂ ਆਪਣੇ ਹਾਲਾਤਾਂ ਤੋਂ ਜਾਣੂ ਨੇ। ਉਹ ਆਪਣੀ ਮਜਬੂਰੀ ਸਮਝ ਲੈਣਗੇ। ਹੁਣ ਫੈਸਲਾ ਤੇਰੇ ਹੱਥ ਵਿੱਚ ਹੈ, ਜਿਵੇਂ ਤੂੰ ਕਵੇਂਗੀ ਉਵੇਂ ਹੀ ਹੋਵੇਗਾ। ਪਾਪਾ ਨੇ ਇੰਨੀ ਗੱਲ ਕਹਿ ਕੇ ਚਲੇ ਗਏ ਤੇ ਮੈਨੂੰ ਆਪਣਾ ਫੈਸਲਾ ਦੇ ਕੇ ਪਰੇਸ਼ਾਨੀ ਵਿੱਚ ਪਾ ਗਏ। ਫਿਰ ਮੈਂ ਸਮਝਦਾਰੀ ਤੋਂ ਕੰਮ ਲਿਆ ਤੇ ਆਪਣੇ ਪਾਪਾ ਨੂੰ ਕਿਹਾ ਕਿ ਤੁਸੀਂ ਮੇਰੇ ਮੰਗੇਤਰ ਨੂੰ ਆਪਣੇ ਘਰ ਵਿੱਚ ਬੁਲਾ ਲਵੋ। ਅਗਲੇ ਦਿਨ ਹੀ ਮੇਰਾ ਮੰਗੇਤਰ ਸਾਡੇ ਘਰ ਆ ਗਿਆ। ਉਸ ਨੂੰ ਲੈ ਕੇ ਮੈਂ ਛੱਤ ਤੇ ਚਲੀ ਗਈ। ਮੈਂ ਆਪਣੇ ਮੰਗੇਤਰ ਨੂੰ ਪਿੰਡ ਦੇ ਮੁਖੀਆ ਤੇ ਆਪਣੇ ਪਾਪਾ ਦੀ ਗੱਲ ਦੱਸੀ। ਜਦੋਂ ਉਸਨੇ ਮੇਰੇ ਮੂੰਹੋਂ ਇਹ ਗੱਲ ਸੁਣੀ ਤਾਂ ਉਸਦਾ ਮੂੰਹ ਗੁੱਸੇ ਵਿੱਚ ਲਾਲ ਹੋ ਗਿਆ। ਮੈਂ ਵੀ ਉਸਦੇ ਦਿਲ ਦੇ ਹਾਲ ਨੂੰ ਸਮਝ ਰਹੀ ਸੀ। ਮੇਰਾ ਮੰਗੇਤਰ ਬਹੁਤ ਗੁੱਸੇ ਹੋਇਆ ਤੇ ਮੈਨੂੰ ਕਹਿਣ ਲੱਗਿਆ ਕਿ ਤੂੰ ਇਸ ਤਰ੍ਹਾਂ ਨਹੀਂ ਕਰ ਸਕਦੀ। ਮੈਂ ਉਸ ਨੂੰ ਆਪਣੇ ਗਰੀਬੀ ਦਾ ਵਾਸਤਾ ਪਾਇਆ ਤੇ ਕਿਹਾ ਕਿ ਸਿਰਫ ਇੱਕ ਦਿਨ ਦੀ ਗੱਲ ਹੈ। ਫਿਰ ਇਸ ਇੱਕ ਦਿਨ ਦੇ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵੀ ਸੁਖਾਲੀ ਹੋ ਜਾਵੇਗੀ। ਆਪਣੇ ਕੋਲ ਪੈਸਾ ਹੋ ਜਾਵੇਗਾ, ਕਿਉਂਕਿ ਤੇਰੇ ਕੋਲ ਵੀ ਇੰਨਾ ਪੈਸਾ ਨਹੀਂ ਕਿ ਆਪਾਂ ਇੱਕ ਸੁੱਖ ਦੀ ਜ਼ਿੰਦਗੀ ਜਿਉ ਸਕੀਏ। ਫਿਰ ਜਦੋਂ ਮੈਂ ਇਹ ਗੱਲ ਕਹੀ ਤਾਂ ਮੇਰਾ ਮੰਗੇਤਰ ਇੱਕ ਵਾਰ ਤਾਂ ਚੁੱਪ ਹੋ ਗਿਆ ਤੇ ਫਿਰ ਮੈਂ ਉਸ ਨੂੰ ਕਿਹਾ ਕਿ ਫੈਸਲਾ ਤੇਰੇ ਹੱਥ ਵਿੱਚ ਹੈ, ਤੂੰ ਹੀ ਦੱਸ ਕਿ ਮੈਂ ਹੁਣ ਕੀ ਕਰਾਂ। ਤਾਂ ਮੇਰਾ ਮੰਗੇਤਰ ਕੁਝ ਕਹੇ ਬਿਨਾਂ ਹੀ ਉੱਥੋਂ ਚਲਾ ਗਿਆ। ਪਰ ਮੈਨੂੰ ਆਪਣੇ ਮਾਂ ਪਿਓ ਦੇ ਹਾਲਾਤਾਂ ਤੇ ਤਰਸ ਆ ਰਿਹਾ ਸੀ ਕਿ ਮੇਰਾ ਪਿਓ ਕਰਜ਼ੇ ਦੇ ਫਿਕਰ ਵਿੱਚ ਛੋਟੀ ਉਮਰ ਵਿੱਚ ਹੀ ਬੁੱਢਾ ਹੋ ਰਿਹਾ ਸੀ ਤੇ ਉਸ ਤੋਂ 10 ਸਾਲਾਂ ਤੋਂ ਹੀ ਹੋ ਗਏ ਸਨ ਉਸ ਨੂੰ ਕਰਜ਼ਾ ਲਾਉਂਦੇ ਹੋਏ, ਪਰ ਅਜੇ ਤੱਕ ਵੀ ਕਰਜ਼ਾ ਨਹੀਂ ਸੀ ਉਤਰਿਆ। ਤੇ ਜਿੰਨਾ ਤੋਂ ਅਸੀਂ ਪੈਸੇ ਲਏ ਸਨ ਉਹ ਹਰ ਰੋਜ਼ ਸਾਡੇ ਘਰ ਆ ਕੇ ਮੇਰੇ ਪਾਪਾ ਨੂੰ ਖਰੀਆਂ ਗੱਲਾਂ ਸੁਣਾ ਕੇ ਜਾਂਦੇ ਸਨ। ਮੈਂ ਆਪਣੇ ਫੈਸਲੇ ਤੇ ਅਟਲ ਸੀ, ਕਿਉਂਕਿ ਜੋ ਮੈਂ ਸੋਚ ਲਿਆ ਸੀ
कि मैं हुण इस तरह ही करके रहांगी। मैं अपनी मां नूं भी साफ-साफ कह दिता कि मैं पापा दे फैसले तो राजी हाँ। पर मेरी मां मेरे नाल बहुत गुस्से होई ते ओह कहण लगी कि ये फैसला तेरी जिंदगी बर्बाद कर देवेगा। मेरी मां मेरे नाल बोलणों हट गई ते ना ही उसने बिल्कुल चुप धार लई। ਉਹ नहीं सी चाहुंदी कि मेरा विआह पिंड दे मुखिया नाल होवे, क्योंकि उसने अपनी भैन दी रिश्तेदारी विच ही मेरा रिश्ता पक्का करिया सी। तू अपनी ते उसने अपनी भैन नूं की जवाब दिंदी। ਉਹ यही सोच सोच के परेशान सी। जिथे मेरी मंगनी हुई सी ਉਹ भी गरीब ही सन। मैं तां जाके अपने पापा नूं फैसला सुना दिता कि तुसीं जाके मुखिया नूं हाँ कर दिओ। मेरे पापा ने किसी बंदे दे हत्थ सुनेहा भेज दिता कि असीं विआह लई राजी हाँ। पर साडे घर मेरे विआह दीआं तिआरियां शुरू हो गईयां। मेरे होण वाले पति ने मेरे लिए सोहणे सोहणे कपड़े भेज दिते ते हफ्ते बाद मेरा विआह हो गया। ਜਦੋਂ मैं ਵਿਆਹ के मुखिया ਦੇ घर गई ਤਾਂ ਮੈਨੂੰ एक कमरे ਵਿੱਚ ਬਿਠਾ ਦਿੱਤਾ। ਜਦੋਂ मैं ਬੈੱਡ ਦੇ ਉੱਪਰ ਬੈਠੀ ਸੀ ਤਾਂ ਮੈਨੂੰ ਸਾਰੇ ਦਿਨ ਦੀ ਥੱਕੀ ਹੋਈ ਸੀ। ਮੈਨੂੰ ਬੈੱਡ ਤੇ ਬੈਠਣ ਸਾਰ ਹੀ ਕੁਝ ਕੁ ਟਾਈਮ ਬਾਅਦ ਨੀਂਦ ਨੇ ਘੇਰਾ ਪਾ ਲਿਆ ਤੇ ਮੈਨੂੰ ਨੀਂਦ ਆ ਗਈ। ਜਦੋਂ ਅੱਧੀ ਕੁ ਰਾਤ ਹੋਈ ਤਾਂ ਮੈਨੂੰ ਮੇਰੀ ਬਾਂਹ ਤੇ ਕੁਝ ਮਹਿਸੂਸ ਹੋਇਆ ਕਿ ਕੋਈ ਮੈਨੂੰ ਹੱਥ ਲਗਾ ਰਿਹਾ ਹੈ। ਜਦੋਂ ਮੈਂ ਦੇਖਿਆ ਤਾਂ ਮੇਰਾ ਪਤੀ ਮੇਰੇ ਕੋਲ ਬੈਠਾ ਸੀ। ਜਦੋਂ ਉਸਨੇ ਮੈਨੂੰ ਜਾਗਦੇ ਦੇਖਿਆ ਤਾਂ ਉਹ ਉੱਠ ਕੇ ਚਲਾ ਗਿਆ ਤੇ ਸੋਫੇ ਦੇ ਉੱਪਰ ਸੌਂ ਗਿਆ। ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਨਹਾ ਧੋ ਕੇ ਮੇਰੇ ਨਾਲ ਬਾਹਰ ਚੱਲ, ਆਪਾਂ ਕਿਤੇ ਜ਼ਰੂਰੀ ਕੰਮ ਲਈ ਜਾਣਾ ਹੈ। ਜਦੋਂ ਮੈਂ ਤਿਆਰ ਹੋ ਕੇ ਆਈ ਤਾਂ ਉਹ ਮੈਨੂੰ ਗੱਡੀ ਵਿੱਚ ਬਿਠਾ ਕੇ ਸ਼ਹਿਰ ਲੈ ਗਿਆ ਤੇ ਸ਼ਹਿਰ ਲਿਜਾ ਕੇ ਮੈਨੂੰ ਉਹ ਇੱਕ ਹਸਪਤਾਲ ਵਿੱਚ ਲੈ ਗਿਆ। ਮੈਂ ਤਾਂ ਹੈਰਾਨ ਸੀ ਕਿ ਉਹ ਮੈਨੂੰ ਹਸਪਤਾਲ ਕਿਉਂ ਲੈ ਕੇ ਗਿਆ। ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮੈਨੂੰ ਕਿਸੇ ਕਚਹਿਰੀ ਵਿੱਚ ਲੈ ਕੇ ਜਾਵੇਗਾ ਤੇ ਮੈਨੂੰ ਤਲਾਕ ਦੇ ਦੇਵੇਗਾ। ਪਰ ਉਹ ਹਸਪਤਾਲ ਵਿੱਚ ਜਾ ਕੇ ਕਿਸੇ ਡਾਕਟਰ ਦੇ ਨਾਲ ਗੱਲ ਕਰਨ ਲੱਗਿਆ ਤੇ ਉਸਨੇ ਮੈਨੂੰ ਕਿਹਾ ਕਿ ਤੂੰ ਇੱਥੇ ਹੀ ਬੈਠ ਜਾ। ਮੈਂ ਬਾਹਰ ਬੈਠ ਗਈ ਤੇ ਉਸ ਤੋਂ ਬਾਅਦ ਇੱਕ ਲੇਡੀ ਨਰਸ ਆਈ ਤੇ ਮੈਨੂੰ ਇੱਕ ਕਮਰੇ ਵਿੱਚ ਲੈ ਕੇ ਚਲੀ ਗਈ। ਮੈਂ ਤਾਂ ਹੈਰਾਨ ਸੀ ਕਿ ਇਹ ਸਭ ਮੇਰੇ ਨਾਲ ਕੀ ਹੋ ਰਿਹਾ। ਪਰ ਜਦੋਂ ਉਸ ਨਰਸ ਨੇ ਮੇਰੇ ਨਾਲ ਜੋ ਕੀਤਾ ਉਹ ਦੇਖ ਕੇ ਤਾਂ ਮੈਂ ਉਸ ਤੋਂ ਵੱਧ ਪਰੇਸ਼ਾਨ ਹੋ ਗਈ। ਉਸਨੇ ਮੈਨੂੰ ਮੇਰਾ ਕਮੀਜ਼ ਉਤਾਰਨ ਲਈ ਕਿਹਾ। ਮੈਂ ਡਰਦੀ ਨੇ ਕਮੀਜ਼ ਲਾ ਦਿੱਤਾ। ਪਰ 5 ਕੁ ਮਿੰਟਾਂ ਬਾਅਦ ਉਸਨੇ ਮੈਨੂੰ ਕਿਹਾ ਕਿ ਤੁਸੀਂ ਆਪਣੇ ਕੱਪੜੇ ਪਾ ਲਓ ਤੇ ਉਹ ਨਰਸ ਬਾਹਰ ਚਲੀ ਗਈ। ਮੈਨੂੰ ਨਹੀਂ ਸਮਝ ਆ ਰਹੀ ਸੀ ਕਿ ਉਸਨੇ ਮੇਰੇ ਨਾਲ ਕੀ ਕਰਿਆ। ਮੈਂ ਬਾਹਰ ਆ ਗਈ ਤੇ ਮੇਰਾ ਪਤੀ ਮੈਨੂੰ ਕਹਿਣ ਲੱਗਿਆ ਕਿ ਮੈਂ ਜਿਸ ਕੁੜੀ ਦੀ ਤਲਾਸ਼ ਵਿੱਚ ਸੀ ਉਹ ਅੱਜ ਮੇਰੀ ਖਤਮ ਹੋ ਗਈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਦਿਨ ਹੈ। ਉਹ ਮੈਨੂੰ ਕਹਿਣ ਲੱਗਿਆ ਕਿ ਹੁਣ ਤੂੰ ਸਾਰੀ ਉਮਰ ਮੇਰੇ ਨਾਲ ਹੀ ਰਹੇਂਗੀ, ਮੈਂ ਤੈਨੂੰ ਹੁਣ ਤਲਾਕ ਨਹੀਂ ਦੇਵਾਂਗਾ। ਉਸਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਤਾਂ ਹੋਰ ਵੀ ਪਰੇਸ਼ਾਨ ਹੋ ਗਈ। ਉਧਰ ਮੈਨੂੰ ਆਪਣੇ ਮੰਗੇਤਰ ਦੀ ਯਾਦ ਆਉਣ ਲੱਗੀ ਕਿ ਮੈਂ ਉਸਨੂੰ ਬਚਪਨ ਤੋਂ ਹੀ ਪਿਆਰ ਕਰਦੀ ਸੀ, ਕਿਉਂਕਿ ਉਹ ਸਾਡੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਹੀ ਸੀ। ਮੈਨੂੰ ਆਪਣੇ ਮੰਗੇਤਰ ਦੀਆਂ ਗੱਲਾਂ ਯਾਦ ਆਉਣ ਲੱਗੀਆਂ। ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਸਿਰਫ ਇੱਕ ਦਿਨ ਦੀ ਖਾਤਰ ਹੀ ਮੈਂ ਉਸ ਨਾਲ ਵਿਆਹ ਕਰਵਾ ਰਹੀ ਹਾਂ। ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ। ਉਸ ਤੋਂ ਬਾਅਦ ਪਰੇਸ਼ਾਨੀ ਉਦੋਂ ਹੋਈ ਜਦੋਂ ਇੱਕ ਨੌਕਰਾਨੀ ਨੇ ਮੈਨੂੰ ਆ ਕੇ ਕਿਹਾ ਕਿ ਤੁਹਾਡੇ ਘਰ ਦੇ ਆਏ ਸਨ, ਪਰ ਮਾਲਕ ਨੇ ਉਹਨਾਂ ਨੂੰ ਬਹੁਤ ਸਾਰੇ ਪੈਸੇ ਦੇ ਕੇ ਵਾਪਸ ਭੇਜ ਦਿੱਤੇ ਕਿ ਮੈਂ ਤੁਹਾਡੀ ਕੁੜੀ ਨੂੰ ਤਲਾਕ ਨਹੀਂ ਦੇਵਾਂਗਾ। ਤੇ ਤੁਹਾਡੇ ਘਰ ਵਾਲੇ ਖੁਸ਼ੀ ਉਹ ਪੈਸੇ ਲੈ ਕੇ ਨਵਾਂ ਘਰ ਵਿੱਚ ਰਹਿਣ ਲਈ ਚਲੇ ਗਏ। ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਘਰ ਵਾਲਿਆਂ ਨੇ ਵੀ ਮੇਰੇ ਨਾਲ ਧੋਖਾ ਹੀ ਕਰਿਆ ਸੀ। ਉਹਨਾਂ ਨੇ ਪੈਸਿਆਂ ਦੇ ਲਾਲਚ ਵਿੱਚ ਇੱਕ ਵਾਰ ਵੀ ਨਾ ਸੋਚਿਆ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਉਹ ਮੈਨੂੰ ਪੈਸਿਆਂ ਦੇ ਬਦਲੇ ਇੱਥੇ ਵੇਚ ਗਏ ਸਨ। ਤੇ ਫਿਰ ਮੈਨੂੰ ਨੌਕਰਾਨੀ ਨੇ ਕਿਹਾ ਕਿ ਮਾਲਕ ਨੇ ਕਿਹਾ ਕਿ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਆਪਣੀ ਕੁੜੀ ਨੂੰ ਮਿਲ ਸਕਦੇ ਹੋ, ਪਰ ਮੈਂ ਇਸ ਨੂੰ ਤਲਾਕ ਨਹੀਂ ਦੇਵਾਂਗਾ। ਪਰ ਮੈਂ ਉਸ ਮੁਖੀਆ ਨਾਲ ਖੁਸ਼ ਨਹੀਂ ਸੀ। ਉਹ ਬਹੁਤ ਹੀ ਅਜੀਬ ਕਿਸਮ ਦਾ ਬੰਦਾ ਸੀ। ਉਸ ਰਾਤ ਜੋ ਮੁਖੀਆ ਨੇ ਮੇਰੇ ਨਾਲ ਕਰਿਆ ਉਹ ਦੇਖ ਕੇ ਤਾਂ ਮੇਰੇ ਲੂੰ ਕੰਡੇ ਖੜੇ ਹੋ ਗਏ। ਉਸਨੇ ਵਿਆਹ ਦੀ ਪਹਿਲੀ ਰਾਤ ਮੈਨੂੰ ਛੂਇਆ ਤੱਕ ਨਹੀਂ, ਪਰ ਉਸ ਰਾਤ ਉਹ ਮੇਰੇ ਨੇੜੇ ਆਉਣ ਲੱਗਿਆ ਤਾਂ ਮੈਂ ਉਸਨੂੰ ਧੱਕਾ ਮਾਰ ਦਿੱਤਾ ਤੇ ਕਿਹਾ ਕਿ ਮੈਂ ਤੁਹਾਡੇ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਤੇ ਨਾ ਹੀ ਮੈਂ ਤੁਹਾਡੇ ਨਾਲ ਵਿਆਹ ਕਰਾਇਆ ਹੈ, ਕਿਉਂਕਿ ਇਹ ਵਿਆਹ ਤਾਂ ਸਿਰਫ ਇੱਕ ਦਿਨ ਲਈ ਹੀ ਸੀ। ਪਰ ਜੋ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਸਾਰੇ ਪਿੰਡ ਦੇ ਸਾਹਮਣੇ ਤੇਰੇ ਨਾਲ ਵਿਆਹ ਕਰਵਾਇਆ ਤੇ ਤੂੰ ਮੈਨੂੰ ਆਪਣੇ ਨਾਲ ਸੰਬੰਧ ਬਣਾਉਣ ਤੋਂ ਰੋਕ ਨਹੀਂ ਸਕਦੀ, ਕਿਉਂਕਿ ਮੈਂ ਹੀ ਤੇਰਾ ਪਤੀ ਹਾਂ। ਪਤੀ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਕੁਝ ਵੀ ਕਰ ਸਕਦਾ ਹੈ, ਇਹ ਨਹੀਂ ਤੂੰ ਮੈਨੂੰ ਰੋਕ ਸਕਦੀ। ਪਰ ਮੈਂ ਉਸਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਪਹਿਲਾਂ ਮੈਂ ਤੁਹਾਡਾ ਇਹ ਹਰ ਨਵੇਂ ਸਾਲ ਵਿਆਹ ਦਾ ਰਾਜ਼ ਜਾਣ ਕੇ ਹੀ ਰਹਾਂਗੀ। ਤੁਸੀਂ ਮੈਨੂੰ ਸੱਚ-ਸੱਚ ਦੱਸ ਦਿਓ ਕਿ ਆਖਿਰ ਸੱਚਾਈ ਕੀ ਹੈ।
ਤੁਸੀਂ ਹਰ ਸਾਲ ਕਿਉਂ ਵਿਆਹ ਕਰਵਾਉਂਦੇ ਹੋ? ਤਾਂ ਮੇਰੇ ਪਤੀ ਨੇ ਮੇਰੇ ਹੱਥ ਤੇ ਹੱਥ ਰੱਖ ਕੇ ਕਿਹਾ ਕਿ ਮੈਂ ਤੈਨੂੰ ਟਾਈਮ ਆਉਣ ਤੇ ਸੱਚ ਵੀ ਦੱਸ ਦੇਵਾਂਗਾ, ਤੂੰ ਮੇਰੇ ਤੇ ਵਿਸ਼ਵਾਸ ਕਰ, ਮੈਂ ਤੇਰੇ ਨਾਲ ਧੋਖਾ ਨਹੀਂ ਕਰਦਾ। ਮੈਂ ਬਸ ਹੁਣ ਚੁੱਪ ਹੀ ਧਾਰ ਲਈ ਸੀ ਤੇ ਆਪਣੇ ਘਰ ਵਾਲੇ ਨਾਲ ਕੁਝ ਵੀ ਨਾ ਗੱਲਬਾਤ ਕਰਦੀ। ਮੈਨੂੰ ਉਸ ਤੋਂ ਨਫ਼ਰਤ ਹੋਣ ਲੱਗ ਗਈ। ਮੈਂ ਹਮੇਸ਼ਾ ਹੀ ਉਸ ਤੋਂ ਦੂਰ ਦੂਰ ਰਹਿਣ ਲੱਗੀ। ਉਹ ਜਦੋਂ ਵੀ ਕਮਰੇ ਵਿੱਚ ਆਉਂਦਾ ਤਾਂ ਮੈਂ ਕਮਰੇ ਤੋਂ ਬਾਹਰ ਚਲੀ ਜਾਂਦੀ ਸੀ। ਫਿਰ ਇੱਕ ਰਾਤ ਤਾਂ ਮੈਂ ਬਹੁਤ ਹੀ ਜ਼ਿਆਦਾ ਘਬਰਾ ਗਈ ਜਦੋਂ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਸਨ। ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਉਹਨਾਂ ਦੀਆਂ ਗੱਲਾਂ ਵਿੱਚੋਂ ਕੁਝ ਠੀਕ ਨਹੀਂ ਸੀ ਲੱਗ ਰਿਹਾ। ਉਹ ਕਿਸੇ ਨਾਲ ਪੈਸਿਆਂ ਦੇ ਲੈਣ ਦੇਣ ਬਾਰੇ ਗੱਲ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਤੈਨੂੰ ਤੇਰੇ ਪੈਸੇ ਮਿਲ ਜਾਣਗੇ, ਤੂੰ ਇਸ ਤੋਂ ਬਾਅਦ ਮੇਰੇ ਘਰ ਵਾਲਾ ਨਾ ਦੇਖੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਿਰ ਉਹ ਕੌਣ ਹੈ ਜਿਸ ਦੇ ਨਾਲ ਉਹ ਅੱਧੀ ਰਾਤ ਨੂੰ ਗੱਲ ਕਰ ਰਹੇ ਸੀ ਤੇ ਉਸ ਨੂੰ ਕਹਿ ਰਹੇ ਸੀ ਕਿ ਕੱਲ ਨੂੰ ਤੇਰਾ ਕੰਮ ਹੋ ਜਾਵੇਗਾ। ਮੈਂ ਵੀ ਸੋਚ ਲਿਆ ਸੀ ਕਿ ਮੈਂ ਹੁਣ ਜਾਸੂਸੀ ਕਰਕੇ ਹੀ ਰਹਾਂਗੀ, ਇਸ ਗੱਲ ਦਾ ਰਾਜ਼ ਜਾਣ ਕੇ ਹੀ ਰਹਾਂਗੀ ਕਿ ਆਖਿਰ ਕੀ ਸੱਚਾਈ ਹੈ। ਜਦੋਂ ਸੁਬਾਹ ਹੋਈ ਤਾਂ ਰੋਟੀ ਖਾ ਕੇ ਬਾਹਰ ਚਲੇ ਗਏ। ਮੈਂ ਵੀ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇੱਕ ਨੌਕਰ ਨੂੰ ਲੈ ਕੇ ਦੂਜੀ ਗੱਡੀ ਵਿੱਚ ਪਿੱਛੇ ਪਿੱਛੇ ਚੱਲ ਪਈ ਤੇ ਮੈਂ ਉਸ ਨੌਕਰ ਨੂੰ ਪੈਸੇ ਦੇ ਦਿੱਤੇ ਤੇ ਕਿਹਾ ਕਿ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਕਿ ਮੈਂ ਤੇਰੇ ਨਾਲ ਬਾਹਰ ਗਈ ਹਾਂ। ਅੱਗੇ ਅੱਗੇ ਮੇਰਾ ਘਰ ਵਾਲਾ ਜਾ ਰਿਹਾ ਸੀ ਤੇ ਪਿੱਛੇ ਪਿੱਛੇ ਸਾਡੀ ਗੱਡੀ ਸੀ। ਉਹ ਇੱਕ ਸੁੰਨੀ ਜਿਹੀ ਜਗ੍ਹਾ ਤੇ ਚਲੇ ਗਏ ਤੇ ਉੱਥੇ ਜਾ ਕੇ ਕਮਰੇ ਵਿੱਚ ਬੈਠ ਗਏ। ਮੈਂ ਬਾਹਰ ਤਾਕੀ ਵਿੱਚੋਂ ਉਹਨਾਂ ਨੂੰ ਲੁਕ ਲੁਕ ਕੇ ਦੇਖਣ ਲੱਗੀ। ਜਦੋਂ ਮੈਂ ਦੇਖਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ। ਉਸ ਕਮਰੇ ਵਿੱਚ ਤਾਂ ਮੇਰਾ ਮੰਗੇਤਰ ਬੈਠਾ ਸੀ ਤੇ ਮੇਰਾ ਘਰ ਵਾਲਾ ਉਸ ਨੂੰ ਪੈਸੇ ਦੇ ਰਿਹਾ ਸੀ। ਮੈਨੂੰ ਇਸ ਗੱਲ ਨੇ ਹੋਰ ਵੀ ਹੈਰਾਨ ਕਰ ਦਿੱਤਾ ਕਿ ਮੇਰਾ ਮੰਗੇਤਰ ਮੇਰੇ ਘਰ ਵਾਲੇ ਦੇ ਨਾਲ ਹੀ ਮਿਲਿਆ ਹੈ। ਆਖਿਰ ਕੀ ਗੱਲ ਹੈ? ਉਹ ਮੇਰੇ ਘਰ ਵਾਲੇ ਤੋਂ ਪੈਸੇ ਕਿਉਂ ਲੈ ਰਿਹਾ ਸੀ? ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣ ਲੱਗੇ। ਕਿਤੇ ਮੇਰੇ ਮੰਗੇਤਰ ਨੇ ਤਾਂ ਨਹੀਂ ਮੈਨੂੰ ਮੁਖੀਆ ਨੂੰ ਵੇਚ ਦਿੱਤਾ? ਮੈਂ ਓਨੀ ਪੈਰੀ ਘਰ ਵਾਪਸ ਆ ਗਈ ਕਿ ਮੇਰੇ ਪਤੀ ਨੂੰ ਮੇਰੇ ਤੇ ਸ਼ੱਕ ਨਾ ਹੋ ਜਾਵੇ ਕਿ ਮੈਂ ਉਹਨਾਂ ਦਾ ਪਿੱਛਾ ਕਰਦੀ ਸੀ। ਮੈਂ ਜਦੋਂ ਘਰ ਆਈ ਤਾਂ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਕੁਝ ਕੁ ਘੰਟਿਆਂ ਬਾਅਦ ਮੇਰਾ ਪਤੀ ਵੀ ਵਾਪਸ ਆ ਗਿਆ। ਜਦੋਂ ਉਹ ਘਰ ਵਾਪਸ ਆਇਆ ਤਾਂ ਸਿੱਧਾ ਉਹ ਵੀ ਕਮਰੇ ਵਿੱਚ ਹੀ ਚਲਾ ਆਇਆ। ਅੱਜ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਸੀ। ਮੇਰੇ ਤੋਂ ਰਿਹਾ ਨਾ ਗਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ, ਤੁਸੀਂ ਮੈਨੂੰ ਤਲਾਕ ਦੇ ਦਿਓ। ਤੁਸੀਂ ਸਿਰਫ ਇੱਕ ਦਿਨ ਦੀ ਹੀ ਗੱਲ ਕਰੀ ਸੀ, ਅੱਜ ਤਾਂ ਹਫ਼ਤਾ ਹੋ ਗਿਆ ਆਪਣੇ ਵਿਆਹ ਹੋਏ ਨੂੰ। ਮੈਂ ਤੁਹਾਡੇ ਨਾਲ ਪੂਰੀ ਜ਼ਿੰਦਗੀ ਨਹੀਂ ਕੱਟ ਸਕਦੀ। ਜੇਕਰ ਤੁਸੀਂ ਮੈਨੂੰ ਤਲਾਕ ਨਾ ਦਿੱਤਾ ਤਾਂ ਮੈਂ ਆਪਣੀ ਜਾਨ ਗਵਾ ਲਵਾਂਗੀ। ਤਾਂ ਮੇਰੇ ਪਤੀ ਮੈਨੂੰ ਧਮਕੀ ਦੇ ਦਿੱਤੀ ਕਿ ਜੇਕਰ ਤੂੰ ਮਰਨ ਦੀ ਕੋਸ਼ਿਸ਼ ਕਰੀ ਤਾਂ ਮੈਂ ਤੇਰੇ ਪੂਰੇ ਖਾਨਦਾਨ ਨੂੰ ਖਤਮ ਕਰ ਦੇਵਾਂਗਾ। ਉਸ ਦੀ ਇਹ ਗੱਲ ਸੁਣ ਕੇ ਮੈਂ ਤਾਂ ਘਬਰਾ ਗਈ ਕਿਉਂਕਿ ਮੈਂ ਆਪਣੇ ਘਰ ਵਾਲਿਆਂ ਦੀ ਖਾਤਰ ਹੀ ਇਹ ਵਿਆਹ ਕਰਵਾਇਆ ਸੀ। ਮੇਰੇ ਕੋਲ ਚੁੱਪ ਰਹਿਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਮੈਂ ਹੁਣ ਉਦਾਸ ਅਤੇ ਚੁੱਪਚਾਪ ਰਹਿਣ ਲੱਗੀ। ਮੈਨੂੰ ਨਹੀਂ ਸੀ ਸਮਝ ਆ ਰਹੀ ਕਿ ਮੈਂ ਕਿਹੜੇ ਜਾਲ ਵਿੱਚ ਫਸ ਗਈ। ਕਦੇ ਮੈਨੂੰ ਆਪਣੇ ਘਰਦਿਆਂ ਤੇ ਸ਼ੱਕ ਹੁੰਦਾ, ਕਦੇ ਆਪਣੇ ਮੰਗੇਤਰ ਤੇ। ਮੈਂ ਸਾਰਾ ਦਿਨ ਹੀ ਆਪਣੇ ਕਮਰੇ ਵਿੱਚ ਬੰਦ ਹੀ ਰਹਿੰਦੀ ਸੀ, ਬਾਹਰ ਬਹੁਤ ਘੱਟ ਜਾਂਦੀ ਸੀ। ਮੈਂ ਖਾਣਾ ਪੀਣਾ ਵੀ ਛੱਡ ਦਿੱਤਾ ਸੀ। ਜਦੋਂ ਇਸ ਗੱਲ ਦਾ ਮੇਰੇ ਪਤੀ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਪਰੇਸ਼ਾਨ ਹੋਇਆ ਤੇ ਕਹਿਣ ਲੱਗਿਆ ਕਿ ਤੂੰ ਇਸ ਤਰ੍ਹਾਂ ਕਿਉਂ ਕਰ ਰਹੀ ਹੈ, ਕਿਸ ਗੱਲ ਦੀ ਤਕਲੀਫ ਹੈ? ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਜਿਸ ਦੇ ਨਾਲ ਮੇਰੀ ਮੰਗਣੀ ਹੋਈ ਸੀ ਮੈਂ ਉਸ ਨੂੰ ਪਿਆਰ ਕਰਦੀ ਸੀ ਤੇ ਉਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ। ਅਸੀਂ ਦੋਵਾਂ ਨੇ ਇਕੱਠਿਆਂ ਨੇ ਜ਼ਿੰਦਗੀ ਜਿਉਣ ਦੀਆਂ ਸਹੁੰ ਖਾਧੀਆਂ ਸੀ, ਪਰ ਤੁਸੀਂ ਤਾਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ। ਜਦੋਂ ਮੈਂ ਇਹ ਗੱਲ ਕਹੀ ਤਾਂ ਉਹ ਜ਼ੋਰ-ਜ਼ੋਰ ਦੀ ਹੱਸਣ ਲੱਗੇ। ਮੈਂ ਉਹਨਾਂ ਦੇ ਹੱਸਣ ਤੋਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਉਹ ਇਸ ਤਰ੍ਹਾਂ ਕਿਉਂ ਹੱਸ ਰਹੇ ਨੇ। ਤਾਂ ਫਿਰ ਮੈਂ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਈ ਤੇ ਮੈਂ ਕਿਹਾ ਕਿ ਤੁਸੀਂ ਮੈਨੂੰ ਸੱਚ-ਸੱਚ ਦੱਸ ਦਿਓ ਕਿ ਤੁਸੀਂ ਮੈਨੂੰ ਤਲਾਕ ਕਿਉਂ ਨਹੀਂ ਦਿੱਤਾ? ਤੁਸੀਂ ਮੇਰੇ ਨਾਲ ਧੋਖਾ ਕਿਉਂ ਕਰਿਆ? ਮੈਂ ਇੰਨਾ ਰੋਈ ਕਿ ਮੇਰਾ ਪਤੀ ਵੀ ਮਜਬੂਰ ਹੋ ਗਿਆ ਤੇ ਉਸਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਸੱਚ ਦੱਸ ਹੀ ਦਿੰਦਾ ਹਾਂ, ਪਰ ਤੂੰ ਮੇਰੇ ਤੇ ਵਿਸ਼ਵਾਸ ਕਰੀ। ਜੋ ਉਸਨੇ ਮੈਨੂੰ ਦੱਸਿਆ ਉਹ ਸੁਣ ਕੇ ਤਾਂ ਮੇਰੀ ਰੂਹ ਕੰਬ ਉੱਠੀ। ਉਸਨੇ ਦੱਸਿਆ ਕਿ ਮੈਂ ਆਪਣੇ ਮਾਂ-ਬਾਪ ਦਾ ਇੱਕੋ ਇੱਕ ਪੁੱਤ ਸੀ। ਮੇਰੀ ਛੋਟੇ ਹੁੰਦਿਆਂ ਹੀ ਮੇਰੀ ਮਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੇਰੇ ਪਾਪਾ ਨੇ ਦੂਜਾ ਵਿਆਹ ਕਰਵਾ ਲਿਆ, ਪਰ ਮੇਰੀ ਮਤਰੇਈ ਮਾਂ ਇਹ ਨਹੀਂ ਸੀ ਚਾਹੁੰਦੀ ਕਿ ਮੈਂ ਇਕੱਲਾ ਹੀ ਸਾਰੀ ਜਾਇਦਾਦ ਦਾ ਵਾਰਸ ਹੋਵਾਂ ਤੇ ਉਹ ਚਾਹੁੰਦੀ ਸੀ ਕਿ ਮੇਰਾ ਵੀ ਆਪਣਾ ਬੱਚਾ ਹੋਵੇ ਤੇ ਉਹ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ। ਪਰ ਮੇਰੇ ਪਾਪਾ ਨੇ ਇਸ ਗੱਲ ਤੋਂ ਉਸ ਮਨਾ ਕਰ ਦਿੱਤਾ। ਉਸਨੇ ਮੈਨੂੰ ਮਾਰਨ ਦੀ ਖਾਤਰ ਬਹੁਤ ਜਾਲ ਬੁਣੇ। ਫਿਰ ਉਸਨੇ ਮੈਨੂੰ ਇੱਕ ਬਾਬੇ ਤੋਂ ਕਾਲਾ ਜਾਦੂ ਕਰਵਾ ਦਿੱਤਾ ਕਿ ਹੌਲੀ-ਹੌਲੀ ਮੇਰੀ ਮੌਤ ਹੋ ਜਾਵੇਗੀ। ਮੈਂ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ ਤੇ ਸੁੱਕ ਕੇ ਤੀਲਾ ਹੋ ਗਿਆ। ਜਦੋਂ ਮੇਰੇ ਪਾਪਾ ਨੇ ਮੇਰਾ ਬਹੁਤ ਇਲਾਜ ਕਰਵਾਇਆ ਤੇ ਉਸਨੇ ਬਹੁਤ ਜ਼ਿਆਦਾ ਡਾਕਟਰੀ ਇਲਾਜ ਵੀ ਕਰਵਾਇਆ ਤਾਂ ਫਿਰ ਇੱਕ ਪੀਰ ਬਾਬੇ ਬਾਰੇ ਦੱਸਿਆ। ਜਦੋਂ ਅਸੀਂ ਉਸ ਬਾਬੇ ਕੋਲ ਗਏ ਤਾਂ ਉਸਨੇ ਕਿਹਾ ਕਿ ਇਸ ਦੀ ਜ਼ਿੰਦਗੀ ਨੂੰ ਖਤਮ ਕਰਨ ਲਈ ਇਸ ਦੇ ਉੱਪਰ ਕਾਲਾ ਜਾਦੂ ਕਰਿਆ ਹੈ।
ਹੌਲੀ ਹੌਲੀ ਇਸ ਦਾ ਖਾਤਮਾ ਹੋ ਜਾਵੇਗਾ। ਫਿਰ ਉਸਨੇ ਮੈਨੂੰ ਕਿਹਾ ਕਿ ਜੇਕਰ ਇਹ 30 ਸਾਲਾਂ ਦੀ ਉਮਰ ਵਿੱਚ 5 ਵਿਆਹ ਕਰਵਾਵੇਗਾ, ਕਿਸੇ ਵੀ ਪਤਨੀ ਨੂੰ ਬਿਨਾਂ ਸੰਬੰਧ ਬਣਾਉਣ ਤੋਂ ਉਸ ਨੂੰ ਅਗਲੇ ਦਿਨ ਤਲਾਕ ਦੇ ਦੇਵੇਗਾ, ਤਾਂ ਇਸ ਦੀ ਜ਼ਿੰਦਗੀ ਬਚ ਜਾਵੇਗੀ। ਮੇਰੇ ਪਾਪਾ ਇਹ ਗੱਲ ਸੁਣ ਕੇ ਪਰੇਸ਼ਾਨ ਹੋ ਗਏ ਕਿ 30 ਸਾਲਾਂ ਦੀ ਉਮਰ ਵਿੱਚ ਕਿਵੇਂ 5 ਵਿਆਹ ਹੋਣਗੇ। ਜਦੋਂ ਮੈਂ 20 ਸਾਲਾਂ ਦਾ ਹੋਇਆ ਤਾਂ ਮੇਰੇ ਪਾਪਾ ਨੇ ਮੇਰੇ ਲਈ ਇੱਕ ਗਰੀਬ ਘਰ ਦੀ ਕੁੜੀ ਲੱਭੀ ਤੇ ਉਸ ਨੂੰ ਵਿਆਹ ਲਈ ਰਾਜੀ ਕੀਤਾ। ਉਸ ਦੇ ਨਾਲ ਵਿਆਹ ਕਰਵਾ ਲਿਆ ਤੇ ਅਗਲੇ ਦਿਨ ਹੀ ਮੈਂ ਤਲਾਕ ਦੇ ਦਿੱਤਾ ਤੇ ਉਸ ਨੂੰ ਬਹੁਤ ਸਾਰੇ ਪੈਸੇ ਵੀ ਦੇ ਦਿੱਤੇ। ਉਹ ਖੁਸ਼ੀ-ਖੁਸ਼ੀ ਮੇਰਾ ਘਰ ਛੱਡ ਕੇ ਚਲੀ ਗਈ। ਇਸੇ ਤਰ੍ਹਾਂ ਹੀ 3 ਵਿਆਹ ਹੋਰ ਕਰਵਾਏ। ਜਦੋਂ ਮੈਂ ਤੇਰੇ ਨਾਲ ਵਿਆਹ ਕਰਵਾਇਆ ਤਾਂ ਮੇਰੀ ਮੁਰਾਦ ਪੂਰੀ ਹੋ ਗਈ। ਜਿਸ ਤਰ੍ਹਾਂ ਮੈਨੂੰ ਬਾਬੇ ਨੇ ਦੱਸਿਆ ਸੀ ਕਿ ਤੂੰ ਉਸੇ ਤਰ੍ਹਾਂ ਦੀ ਹੀ ਕੁੜੀ ਸੀ। ਮੈਨੂੰ ਇਸ ਗੱਲ ਦੀ ਨਹੀਂ ਸੀ ਸਮਝ ਆ ਰਹੀ ਕਿ ਉਹ ਮੈਨੂੰ ਅਗਲੇ ਦਿਨ ਹਸਪਤਾਲ ਕਿਉਂ ਲੈ ਕੇ ਗਿਆ ਤੇ ਉੱਥੇ ਜਾ ਕੇ ਮੇਰੀ ਕੀ ਜਾਂਚ ਕਰਵਾਈ, ਮੈਨੂੰ ਸਮਝ ਨਹੀਂ ਸੀ ਆ ਰਹੀ। ਉਹਨਾਂ ਨੇ ਮੇਰਾ ਕੋਈ ਅੰਦਰੂਨੀ ਚੈੱਕਅਪ ਵੀ ਨਹੀਂ ਸੀ ਕਰਿਆ। ਫਿਰ ਉਹਨਾਂ ਨੇ ਮੇਰੇ ਸਰੀਰ ਤੋਂ ਕਿਵੇਂ ਪਤਾ ਲਗਾਇਆ ਕਿ ਮੈਂ ਇਸ ਵਿਆਹ ਦੇ ਲਈ ਕਾਬਿਲ। ਮੈਨੂੰ ਸ਼ਾਇਦ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮੇਰੇ ਚਰਿੱਤਰ ਨੂੰ ਜਾਣਨਾ ਚਾਹੁੰਦੇ ਸੀ ਕਿ ਮੇਰਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਕੋਈ ਸੰਬੰਧ ਤਾਂ ਨਹੀਂ ਬਣਿਆ। ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਸੋਚ ਮੈਨੂੰ ਗਲਤ ਨਜ਼ਰ ਆਈ, ਫਿਰ ਮੈਂ ਇਹ ਵੀ ਪੁੱਛ ਲਿਆ ਕਿ ਤੁਸੀਂ ਮੈਨੂੰ ਅਗਲੇ ਦਿਨ ਹਸਪਤਾਲ ਵਾਲੀ ਗੱਲਬਾਤ ਬਾਰੇ ਵੀ ਦੱਸੋ ਕਿ ਤੁਸੀਂ ਮੈਨੂੰ ਅਗਲੇ ਦਿਨ ਹਸਪਤਾਲ ਕਿਉਂ ਲੈ ਕੇ ਗਏ। ਤਾਂ ਉਹਨਾਂ ਨੇ ਕਿਹਾ ਕਿ ਤੈਨੂੰ ਅੱਜ ਹੀ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲਣਗੇ, ਇਸ ਸਵਾਲ ਦਾ ਜਵਾਬ ਤੈਨੂੰ ਮੈਂ ਫੇਰ ਕਦੇ ਦੇਵਾਂਗਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਸੱਚ ਮੈਂ ਤੁਹਾਡੇ ਤੋਂ ਜਾਣ ਕੇ ਹੀ ਰਹਾਂਗੀ, ਨਹੀਂ ਤਾਂ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂਗੀ। ਕਾਫੀ ਮਿੰਨਤਾਂ ਕਰਨ ਤੋਂ ਬਾਅਦ ਮੇਰਾ ਪਤੀ ਮੰਨ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਵਿਆਹ ਤੋਂ ਅਗਲੇ ਦਿਨ ਡਾਕਟਰ ਕੋਲ ਇਸ ਕਰਕੇ ਲੈ ਕੇ ਗਿਆ ਸੀ ਕਿਉਂਕਿ ਉਸ ਬਾਬੇ ਨੇ ਕਿਹਾ ਸੀ ਕਿ ਇੱਕ ਨਿਸ਼ਾਨ ਤੇਰੇ ਹੱਥ ਦੇ ਉੱਪਰ ਹੋਵੇਗਾ ਤੇ ਤੂੰ ਉਸ ਕੁੜੀ ਨੂੰ ਆਪਣੀ ਸਾਰੀ ਜ਼ਿੰਦਗੀ ਉਸ ਨਾਲ ਗੁਜ਼ਾਰੇਗਾ। ਉਹੀ ਕੁੜੀ ਤੇਰੀ ਕਿਸਮਤ ਬਦਲੇਗੀ। ਜਦੋਂ ਵਿਆਹ ਵਾਲੇ ਰਾਤ ਤੇਰੇ ਹੱਥ ਦੇ ਉੱਪਰ ਮੈਂ ਨਿਸ਼ਾਨ ਦੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਜਿਹੜੀਆਂ ਪਹਿਲਾਂ ਵਾਲੀਆਂ ਕੁੜੀਆਂ ਨਾਲ ਮੈਂ ਵਿਆਹ ਕਰਵਾਇਆ ਸੀ ਉਹਨਾਂ ਦੇ ਹੱਥ ਉੱਪਰ ਕੋਈ ਨਿਸ਼ਾਨ ਨਹੀਂ ਸੀ। ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜਿਸ ਕੁੜੀ ਦੇ ਹੱਥ ਉੱਪਰ ਨਿਸ਼ਾਨ ਹੋਵੇਗਾ ਉਹ ਉਸ ਕੁੜੀ ਦੇ ਸਰੀਰ ਨੂੰ ਬਿਨਾਂ ਹੱਥ ਲਾਏ ਇੱਕ ਨਿਸ਼ਾਨ ਉਸਦੀ ਛਾਤੀ ਉੱਪਰ ਹੋਵੇਗਾ। ਉਹੀ ਕੁੜੀ ਤੇਰੀ ਉਮਰ ਵਧਾ ਸਕੇਗੀ ਕਿਉਂਕਿ ਮੈਂ ਤਾਂ ਤੈਨੂੰ ਛੂਹ ਵੀ ਨਹੀਂ ਸੀ ਸਕਦਾ। ਇਸ ਕਰਕੇ ਮੈਂ ਤੈਨੂੰ ਹਸਪਤਾਲ ਵਿੱਚ ਲੈ ਕੇ ਆਇਆ। ਤਾਂ ਉਸਨੇ ਮੈਨੂੰ ਦੱਸਿਆ ਕਿ ਤੇਰੀ ਛਾਤੀ ਉੱਪਰ ਵੀ ਨਿਸ਼ਾਨ ਹੈ। ਜਦੋਂ ਉਸਨੇ ਇਹ ਗੱਲ ਦੱਸੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਮੇਰੀ ਜ਼ਿੰਦਗੀ ਹੁਣ ਬਦਲਣ ਵਾਲੀ ਸੀ। ਇਸ ਕਰਕੇ ਹੀ ਮੈਂ ਇਹ ਫੈਸਲਾ ਤੈਨੂੰ ਸੁਣਾਇਆ ਸੀ ਕਿ ਮੈਂ ਹੁਣ ਤੈਨੂੰ ਤਲਾਕ ਨਹੀਂ ਦੇਵਾਂਗਾ ਤੇ ਤੇਰੇ ਨਾਲ ਹੀ ਵਿਆਹ ਕਰਵਾਵਾਂਗਾ। ਮੈਨੂੰ ਆਪਣੇ ਘਰ ਵਾਲੇ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਉਹ ਮੈਨੂੰ ਸੱਚ ਕਹਿ ਰਿਹਾ। ਪਰ ਜਦੋਂ ਮੈਂ ਉਸ ਨੂੰ ਆਪਣੇ ਮੰਗੇਤਰ ਬਾਰੇ ਗੱਲ ਪੁੱਛੀ ਤਾਂ ਉਹ ਹੱਸਣ ਲੱਗਿਆ ਤੇ ਕਹਿਣ ਲੱਗਿਆ ਕਿ ਜਿਸ ਨੂੰ ਤੂੰ ਪਿਆਰ ਕਰਦੀ ਸੀ ਤੇ ਜਿਸ ਤੇ ਤੂੰ ਵਿਸ਼ਵਾਸ ਕਰਦੀ ਸੀ, ਅਸਲ ਵਿੱਚ ਤਾਂ ਤੇਰਾ ਮੰਗੇਤਰ ਤੇਰੇ ਨਾਲ ਧੋਖਾ ਕਰ ਰਿਹਾ ਸੀ ਕਿਉਂਕਿ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਮੇਰੇ ਕੋਲ ਇੰਨੀ ਧਨ ਦੌਲਤ ਹੈ ਤਾਂ ਉਹ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਕਿਰਨ ਨੂੰ ਜਿੰਦਾ ਨਹੀਂ ਰਹਿਣ ਦੇਵਾਂਗਾ। ਜੇਕਰ ਤੂੰ ਮੈਨੂੰ ਪੈਸੇ ਨਾ ਦਿੱਤੇ ਤਾਂ ਮੈਂ ਕਿਰਨ ਨੂੰ ਮਾਰ ਦੇਵਾਂਗਾ। ਮੈਂ ਨਹੀਂ ਸੀ ਚਾਹੁੰਦਾ ਕਿ ਉਹ ਤੈਨੂੰ ਕੋਈ ਨੁਕਸਾਨ ਪਹੁੰਚਾਵੇ ਕਿਉਂਕਿ ਜਦੋਂ ਤੋਂ ਮੈਂ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ ਸੀ ਉਸ ਤੋਂ ਬਾਅਦ ਸਾਡੇ ਘਰ ਦੇ ਹਾਲਾਤ ਵੀ ਕਾਫੀ ਸੁਧਾਰ ਹੋ ਗਏ ਸਨ ਤੇ ਮੇਰੇ ਕੋਲ ਬਹੁਤ ਸਾਰਾ ਪੈਸਾ ਆਉਣ ਲੱਗ ਗਿਆ ਸੀ। ਜਦੋਂ ਮੈਂ ਵਾਰ-ਵਾਰ ਕੁੜੀਆਂ ਨਾਲ ਵਿਆਹ ਕਰਵਾਉਂਦਾ ਸੀ ਤੇ ਉਹਨਾਂ ਨੂੰ ਪੈਸੇ ਦੇ ਕੇ ਤੋਰ ਦਿੰਦਾ ਸੀ ਤਾਂ ਮੈਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਗਿਆ ਸੀ। ਮੈਂ ਵੀ ਚਾਹੁੰਦਾ ਸੀ ਕਿ ਮੇਰਾ ਅਸਲ ਵਿੱਚ ਵਿਆਹ ਹੋਵੇ ਤੇ ਇਸ ਖਾਨਦਾਨ ਦਾ ਕੋਈ ਵਾਰਸ ਜਨਮ ਲਵੇ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਮੈਂ ਫਿਰ ਬਾਬੇ ਕੋਲ ਗਿਆ। ਉਸ ਬਾਬੇ ਨੇ ਕਿਹਾ ਕਿ 5ਵੀਂ ਕੁੜੀ ਤੇਰੀ ਜ਼ਿੰਦਗੀ ਬਦਲ ਦੇਵੇਗੀ, ਪਰ 5ਵੀਂ ਕੁੜੀ ਦੇ ਹੱਥ ਤੇ ਛਾਤੀ ਤੇ 3 ਨਿਸ਼ਾਨ ਹੋਣਾ ਜ਼ਰੂਰੀ ਹੈ। ਉਹ ਨਿਸ਼ਾਨ ਤੇਰੇ ਸਨ ਤੇ ਤੂੰ ਮੇਰੀ ਜ਼ਿੰਦਗੀ ਬਦਲ ਦਿੱਤੀ। ਇਸ ਕਰਕੇ ਮੈਂ ਤੈਨੂੰ ਤਲਾਕ ਨਹੀਂ ਸੀ ਦੇਣਾ ਚਾਹੁੰਦਾ। ਜਦੋਂ ਮੇਰੇ ਪਤੀ ਨੇ ਮੈਨੂੰ ਇਹ ਸਾਰੀ ਗੱਲ ਦੱਸੀ ਤਾਂ ਹੁਣ ਮੈਨੂੰ ਉਸ ਤੇ ਵਿਸ਼ਵਾਸ ਹੋਣ ਲੱਗ ਗਿਆ। ਮੈਨੂੰ ਤਾਂ ਇਹ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਜਿਸ ਨੂੰ ਮੈਂ ਇੰਨਾ ਪਿਆਰ ਕਰਦੀ ਸੀ ਉਸਨੇ ਮੇਰੇ ਨਾਲ ਐਡਾ ਵੱਡਾ ਧੋਖਾ ਕਰਿਆ। ਉਹ ਮੈਨੂੰ ਪੈਸਿਆਂ ਦੀ ਖਾਤਰ ਹੀ ਵੇਚ ਗਿਆ। ਮੈਂ ਤਾਂ ਹੁਣ ਪ੍ਰਮਾਤਮਾ ਦਾ ਸ਼ੁਕਰ ਕਰ ਰਹੀ ਸੀ ਕਿ ਪ੍ਰਮਾਤਮਾ ਨੇ ਮੈਨੂੰ ਇਹੋ ਜਿਹੇ ਲਾਲਚੀ ਬੰਦੇ ਤੋਂ ਬਚਾ ਲਿਆ ਤੇ ਮੈਨੂੰ ਇੰਨਾ ਵਧੀਆ ਹਮਸਫਰ ਦਿੱਤਾ ਜੋ ਮੇਰੀ ਇੰਨੀ ਇੱਜ਼ਤ ਕਰਦਾ ਸੀ ਤੇ ਮੇਰੇ ਘਰ ਵਾਲਿਆਂ ਨੂੰ ਵੀ ਇੱਕ ਵਧੀਆ ਜ਼ਿੰਦਗੀ ਦੇ ਦਿੱਤੀ ਸੀ। ਹੁਣ ਮੇਰੀਆਂ ਭੈਣਾਂ ਦਾ ਵਿਆਹ ਵਧੀਆ ਘਰ ਵਿੱਚ ਹੋ ਗਿਆ ਤੇ ਮੇਰੇ ਮਾਂ ਪਿਓ ਵੀ ਬਹੁਤ ਸੁੱਖ ਦੀ ਜ਼ਿੰਦਗੀ ਜਿਉ ਰਹੇ ਸਨ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਸੁਣ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਜੇਕਰ ਕਹਾਣੀ ਵਧੀਆ ਲੱਗੀ ਹੋਵੇ
ਤਾਂ ਪਲੀਜ਼ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।